हाँ जी, द नेक्स्ट ਅਸੀਂ ਟੌਪਿਕ ਕਰਦੇ ਹੈਗੇ 14.11 ਮੋਰ ਅਬਾਊਟ ਐਪਲੇਟ ਟੈਗ। ਐਪਲੇਟ ਟੈਗ ਦੀ ਜੋ ਬੇਸਿਕ ਸੀ ਕਿ ਐਪਲੇਟ ਟੈਗ ਲਗਾਓ, ਉਸ ਦੇ ਵਿੱਚ ਕੋਡ ਦੇ ਵਿੱਚ ਤੁਹਾਡੀ ਡੋਟ ਕਲਾਸ ਫਾਈਲ ਦਾ ਨਾਮ ਦਿਓ, ਹਾਈਟ ਬਿਟ ਸੈੱਟ ਕਰੋ। ਇਸ ਤੋਂ ਇਲਾਵਾ ਵੀ ਐਪਲੇਟ ਟੈਗ ਦੇ ਵਿੱਚ ਤੁਸੀਂ ਹੋਰ ਵੈਲਿਊਜ਼ ਵੀ ਦੇ ਸਕਦੇ ਹੋ। ਤਾਂ ਉਹ ਕਿਹੜੀਆਂ ਕਿਹੜੀਆਂ ਨੇ ਤੁਹਾਡੀਆਂ, ਤੁਸੀਂ ਚਾਹੋ ਤਾਂ ਐਪਲੇਟ ਟੈਗ ਦੇ ਵਿੱਚ ਕੋਡ ਬੇਸ ਆਪਸ਼ਨ ਹੈ, ਆਪਾਂ ਪਹਿਲਾਂ ਵੀ ਕੀਤੀ ਹੈ ਕੋਡ ਬੇਸ ਆਪਸ਼ਨ, ਕਿ ਜੇ ਰਿਮੋਟ ਐਪਲੇਟਸ ਦਾ ਕਨਸੈਪਟ ਹੈ ਸਾਡਾ ਤਾਂ ਉਦੋਂ ਅਸੀਂ ਉਸਦਾ URL ਇੱਥੇ ਪ੍ਰੋਪਰ ਪ੍ਰੋਵਾਈਡ ਕਰ ਸਕਦੇ ਹਾਂ। ਕੋਡ ਨੂੰ ਯੂਜ਼ ਕਰਦੇ ਹਾਂ ਜਦੋਂ ਅਸੀਂ ਤੁਹਾਡੇ ਲੋਕਲ ਜਿਹੜੀ ਫਾਈਲ ਹੈ ਉਹਦਾ ਰਿਲੇਟਿਵ ਐਡਰੈਸ ਦੇਣਾ, ਜਾਂ ਕੱਲ੍ਹ ਲੋਕਲ ਫਾਈਲ ਦਾ ਨਾਮ ਦੱਸਣਾ ਕਿ ਇਹ ਐਪਲੇਟ ਵਾਲੀ ਸਾਡੀ ਡੋਟ ਕਲਾਸ ਫਾਈਲ ਹੈ, ਉਦੋਂ ਤੁਸੀਂ ਯੂਜ਼ ਕਰ ਸਕਦੇ ਹੋ। ਅਲਟ ਦਾ ਆਲਟਰਨੇਟ ਟੈਕਸਟ ਮੀਨਸ ਕਿ ਜੇਕਰ ਤੁਸੀਂ ਚਾਹੁੰਦੇ ਹੋਗੇ ਕਿ ਇਨ ਕੇਸ ਤੁਹਾਡਾ ਐਪਲੇਟ ਕਿਸੇ ਬਰਾਊਜ਼ਰ 'ਤੇ ਕੰਮ ਨਹੀਂ ਕਰ ਰਿਹਾ, ਤਾਂ ਜੇ ਐਪਲੇਟ ਨਹੀਂ ਦਿਖਾ ਪਾ ਰਿਹਾ ਗਾ ਤਾਂ ਉਦੋਂ ਉਹਦੀ ਜਗ੍ਹਾ 'ਤੇ ਕੀ ਲਿਖਿਆ ਆਵੇ, ਉਹ ਹੁੰਦਾ ਤੁਹਾਡਾ ਆਲਟਰਨੇਟ ਟੈਕਸਟ। ਦੈਨ ਨੇਮ, ਤੁਸੀਂ ਚਾਹੋ ਤਾਂ ਐਪਲੇਟ ਦਾ ਇੰਸਟਾਂਸ ਬਣਾ ਕੇ ਉਸਦੀ ਇੱਕ ਐਪਲੇਟ ਦੀ ਦੂਜੇ ਐਪਲੇਟ ਨਾਲ ਕਮਿਊਨੀਕੇਸ਼ਨਸ ਕਰਵਾ ਸਕਦੇ ਹੋਗੇ। ਤੁਸੀਂ ਉਸਦੀ ਹਾਈਟ ਅਤੇ ਬਿਰਥ ਦੇ ਸਕਦੇ ਹੋ ਕਿ ਕਿੰਨੀ ਜਿਹੜੀ ਐਪਲੇਟ ਵਾਲੀ ਸਕਰੀਨ ਆ ਉਹਦੀ ਹਾਈਟ ਕਿੰਨੀ ਹੋਵੇ, ਉਹਦੀ ਬਿਰਥ ਕਿੰਨੀ ਹੋਵੇ, ਇਸ ਤਰੀਕੇ ਨਾਲ ਦੇ ਸਕਦੇ ਹੋ। ਅਲਾਈਨ ਮਤਲਬ ਕਿ ਐਪਲੇਟ ਜਿਹੜਾ ਤੁਹਾਡਾ ਸਕਰੀਨ 'ਤੇ ਆਵੇ ਕੀ ਉਹ ਲੈਫਟ ਆਵੇ, ਰਾਈਟ ਹੋਵੇ, ਬੋਟਮ ਹੋਵੇ, ਅਪ ਹੋਵੇ, ਕਿੱਥੇ ਆਵੇ, ਠੀਕ ਹੈ, ਸੈਂਟਰ ਹੋਵੇ। ਇੱਦਾਂ ਕਰਕੇ ਕਾਫੀ ਸਾਰੀਆਂ ਅਲਾਈਨਮੈਂਟਸ ਨੇ ਕਿ ਜੋ ਤੁਹਾਡੀ ਐਪਲੇਟ ਦੀ ਸਕਰੀਨ ਹੈ ਉਹ ਤੁਹਾਨੂੰ ਕਿਸ ਜਗ੍ਹਾ 'ਤੇ ਵਿਜ਼ੀਬਲ ਹੋਵੇ। ਦੈਨ ਵਰਟੀਕਲ ਅਤੇ ਹੌਰੀਜ਼ੈਂਟਲ ਸਪੇਸ ਕਿੰਨੀ ਛੱਡੀ ਜਾਵੇ ਉਹਦੇ ਵਿਚਕਾਰ। ਉਸ ਤੋਂ ਬਾਅਦ ਪਰਮ ਟੈਗ ਹੁੰਦੀ ਹੈ ਪੈਰਾਮੀਟਰਸ ਦੇਣ ਲਈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਵੈਲਿਊਜ਼ ਪ੍ਰੋਵਾਈਡ ਕਰਨੀਆਂ ਐਪਲੇਟ ਨੂੰ, ਜਿੱਦਾਂ ਅਸੀਂ ਨਹੀਂ ਕਿਸੇ ਵੇਰੀਏਬਲ ਦੀ ਵੈਲਿਊ ਸਾਈਨ ਕਰਵਾ ਦਿੰਦੇ ਹੁੰਦੇ ਜਾਂ ਵੈਲਿਊ ਇਨਪੁੱਟ ਲੈਂਦੇ ਆ, ਤਾਂ ਉੱਦਾਂ ਹੀ ਵੈਲਿਊਜ਼ ਤੁਸੀਂ ਪ੍ਰੋਵਾਈਡ ਕਰਵਾਉਣ ਲਈ ਪਰਮ ਟੈਗ ਨੂੰ ਯੂਜ਼ ਕਰ ਸਕਦੇ, ਜਿਹੜਾ ਕਿ ਐਪਲੇਟ ਨੂੰ ਵੈਲਿਊਜ਼ ਪ੍ਰੋਵਾਈਡ ਕਰੂਗਾ। ਅਤੇ ਨੈਕਸਟ ਤੁਹਾਡਾ ਇਸ ਦੇ ਵਿੱਚੋਂ ਜਿਹੜੇ ਤੁਹਾਡੇ ਸਕੁਏਅਰ ਬ੍ਰੈਕਟ ਦੇ ਵਿੱਚ ਉੱਪਰ ਦਿੱਤੇ ਹੋਊਗਾ ਆਪਸ਼ਨ ਸੀ, ਉਹ ਜ਼ਿਆਦਾਤਰ ਯੂਜ਼ ਕਰਦੇ ਜਦੋਂ ਅਸੀਂ ਨੈੱਟ ਨਾਲ ਇੰਟੀਗ੍ਰੇਟ ਕਰਨਾ ਸਾਡੇ ਐਪਲੇਟ ਨੂੰ ਵੈਬ ਪੇਜਿਸ ਦੇ ਨਾਲ ਨੇ। ਅਦਰਵਾਈਜ਼ ਤੁਹਾਡੇ ਮਿਨੀਮਮ ਜੇ 3 ਨੇ, ਇਹਨਾਂ 3 ਨੂੰ ਆਪਸ਼ਨਸ ਨੂੰ ਯੂਜ਼ ਕਰਕੇ ਵੀ ਤੁਸੀਂ ਐਪਲੇਟ ਬਣਾ ਸਕਦੇ ਹੋ। ਤਾਂ ਜੋ ਅਸੀਂ ਹੁਣ ਕੀਤੇ ਸੀ ਸਾਰੇ ਐਪਲੇਟ ਦੇ ਐਟਰੀਬਿਊਟ, ਸਭ ਦੇ ਬਾਰੇ ਡਿਟੇਲ ਨੀਚੇ ਗਿਵਨ ਹੈ, ਤੁਸੀਂ ਇੱਥੋਂ ਇਹਨਾਂ ਵੈਲਿਊਜ਼ ਨੂੰ ਕਰੋਗੇ ਰੀਡ। ਦੈਨ ਕੁਛ ਬੇਸਿਕਸ ਗੱਲਾਂ। ਤਾਂ ਹੁਣ ਤੱਕ ਅਸੀਂ ਜੋ ਕੀਤਾ ਕਿ ਤੁਸੀਂ ਐਪਲੇਟ ਟੈਗ ਲਗਾਓ ਵੈਬ ਪੇਜ ਦੇ ਵਿੱਚ, ਉਸ ਦੇ ਵਿੱਚ ਉਸਦੀ ਜਿਹੜੀ ਡੋਟ ਕਲਾਸ ਫਾਈਲ ਹੈ ਉਸਦਾ ਨਾਮ ਦਿਓ। ਡੋਟ ਕਲਾਸ ਫਾਈਲ ਜੇਕਰ ਕਰੰਟ ਡਾਇਰੈਕਟਰੀ ਦੇ ਵਿੱਚ ਨਹੀਂ ਹੈਗੀ, ਕਰੰਟ ਡਾਇਰੈਕਟਰੀ ਮਤਲਬ ਜਿਸ ਡਾਇਰੈਕਟਰੀ ਤੁਸੀਂ ਕੰਮ ਕਰ ਰਹੇ ਹੋ, ਜਿੱਥੇ ਤੁਹਾਡਾ ਕੰਪਾਈਲਰ ਵਗੈਰਾ ਜੇ ਉੱਥੇ ਨਹੀਂ ਐਗਜ਼ਿਸਟ ਕਰ ਰਹੀ ਡੋਟ ਕਲਾਸ ਫਾਈਲ, ਕਿਸੇ ਹੋਰ ਜਗ੍ਹਾ 'ਤੇ ਆ, ਤਾਂ ਵੀ ਤੁਸੀਂ ਕੋਡ ਬੇਸ ਜਿਹੜਾ ਆਪਸ਼ਨ ਹੈ ਜਿਸ ਦੇ ਵਿੱਚ ਅਸੀਂ URL ਦਿੰਦੇ ਹੁੰਦੇ ਹਾਂ ਉਸ ਨੂੰ ਯੂਜ਼ ਕਰ ਸਕਦੇ ਹੋ। ਹਾਈਟ ਅਤੇ ਬਿਰਥ ਅਸੀਂ ਕੀਤਾ ਹੀ ਹੋਇਆ ਆਲਰੇਡੀ ਕਿ ਕਿੱਡੀ ਸਕਰੀਨ ਹੋਵੇ, ਐਪਲੇਟ ਦੀ ਡਿਸਪਲੇ ਕਿਵੇਂ ਕਰੇ। ਪੈਰਾਮੀਟਰ ਪਾਸ ਕਰਨ ਲਈ ਅਸੀਂ ਪਰਮ ਟੈਗ ਨੂੰ ਯੂਜ਼ ਕਰਦੇ ਹਾਂ। ਆਲਟਰਨੇਟ ਟੈਕਸਟ ਕਿ ਜੇਕਰ ਤੁਹਾਡਾ ਜਿਹੜਾ ਨੋਨ ਜਾਵਾ ਬਰਾਊਜ਼ਰ ਹੈ, ਮਤਲਬ ਕੋਈ ਬਰਾਊਜ਼ਰ ਜਿਹੜਾ ਜਾਵਾ ਨੂੰ ਸਪੋਰਟ ਨਹੀਂ ਕਰ ਰਿਹਾ, ਤਾਂ ਉਦੋਂ ਐਪਲੇਟ ਨਹੀਂ ਚੱਲ ਪਾ ਰਿਹਾ, ਤਾਂ ਉਸ ਦੀ ਜਗ੍ਹਾ 'ਤੇ ਕੀ ਲਿਖਿਆ ਆਵੇ। ਅਤੇ ਐਪਲੇਟ ਬੰਦ ਕਰਨ ਦੇ ਲਈ ਲਾਸਟ ਤੁਹਾਡੀ ਕਲੋਜ਼ਿੰਗ ਐਪਲੇਟ ਟੈਗ। ਦੈਨ ਹੁਣ ਸਾਡਾ ਨੈਕਸਟ ਟੌਪਿਕ ਹੈ ਪਾਸਿੰਗ ਪੈਰਾਮੀਟਰ ਟੂ ਐਪਲੇਟ। ਜੇਕਰ ਤੁਸੀਂ ਐਪਲੇਟ ਨੂੰ ਪੈਰਾਮੀਟਰਸ ਪਾਸ ਕਰਨਾ ਚਾਹੁੰਦੇ ਹੋ, ਕੁਛ ਵੈਲਿਊਜ਼ ਪਾਸ ਕਰਨਾ ਚਾਹੁੰਦੇ ਹੋ ਕਿ ਅਸੀਂ ਕਿਸੇ ਜਗ੍ਹਾ ਤੋਂ ਐਪਲੇਟ ਨੂੰ ਵੈਲਿਊਜ਼ ਪਾਸ ਕਰਕੇ ਉਹ ਵੈਲਿਊਜ਼ ਲੈ ਕੇ ਉਹਨਾਂ ਨੂੰ ਪ੍ਰਿੰਟ ਕਰੇ ਜਾਂ ਕੋਈ ਵੀ ਕੰਮ ਕਰੇ, ਤਾਂ ਉਸ ਦੇ ਲਈ ਅਸੀਂ ਪਰਮ ਟੈਗ ਯੂਜ਼ ਕਰਦੇ ਹਾਂ, ਜਿਹਨੂੰ ਕਿ ਅਸੀਂ ਪੈਰਾਮੀਟਰ ਟੈਗ ਵੀ ਬੋਲਦੇ ਹਾਂ। ਤਾਂ ਉਸ ਦੇ ਵਿੱਚ ਲਗਾਉਂਗੇ ਕਿ ਪਰਮ ਟੈਗ ਨੂੰ ਤੁਸੀਂ ਯੂਜ਼ ਕਰਕੇ ਉਸ ਦੇ ਵਿੱਚ ਉਸਦਾ ਜਿਹੜਾ ਨੇਮ ਹੈ ਅਤੇ ਵੈਲਿਊ ਹੈ ਤੁਸੀਂ ਉਹ ਡਿਫਾਈਨ ਕਰਨੀ ਹੁੰਦੀ ਹੈ। ਜਿਵੇਂ ਨੇਮ ਅਸੀਂ ਕਿਹਾ ਕਲਰ, ਅਤੇ ਵੈਲਿਊ ਉਹਦੀ ਹੋ ਗਈ ਰੈਡ, ਇੱਦਾਂ ਕਰਕੇ ਤੁਸੀਂ ਉਹ ਜਿਹੜੀ ਵੈਲਿਊ ਆ ਉਹਦਾ ਨਾਮ ਕੀ ਹੈ ਅਤੇ ਉਹਦੀ ਵੈਲਿਊ ਕੀ ਹੈ। ਜਿਵੇਂ ਅਸੀਂ ਨੇਮ ਤਾਂ ਰੱਖਿਆ ਟੈਕਸਟ, ਵੈਲਿਊ ਕੀ ਹੈ ਆਈ ਲਵ ਜਾਵਾ। ਜਿਵੇਂ ਅਸੀਂ ਨਹੀਂ ਦਿੰਦੇ ਕਿ A=5, ਇਹ ਹੋ ਗਿਆ ਸਾਡਾ ਨਾਮ, ਇਹ ਹੋ ਗਈ ਵੈਲਿਊ। ਇਸ ਤਰੀਕੇ ਨਾਲ ਤੁਸੀਂ ਪਰਮ ਟੈਗ ਦੇ ਵਿੱਚ ਜਿਹੜੀਆਂ ਵੈਲਿਊਜ਼ ਨੇ ਉਹ ਦੇ ਸਕਦੇ ਹੋ। ਅਤੇ ਇਹਦੀ ਪ੍ਰੋਪਰ ਵਰਕਿੰਗ ਦੇਖਦੇ ਅਸੀਂ। ਪਰਮ ਟੈਗ ਇੱਦਾਂ ਵੀ ਲਗਾ ਸਕਦੇ ਹਾਂ, ਪਰਮ ਇਕੁਅਲ ਟੂ ਕਲਰ ਸਿੱਧਾ ਲਿਖ ਕੇ, ਅਤੇ ਇਹ ਨੇਮ ਹੋ ਗਿਆ ਅਤੇ ਇਹਦੀ ਵੈਲਿਊ ਕਿਹੜੀ ਹੋਗੀ ਰੈਡ, ਜਾਂ ਇਸਨੂੰ ਪ੍ਰੋਪਰ MAB ਤੁਸੀਂ ਲਿਖ ਸਕਦੇ ਹੋ। ਨੇਮ ਇਕੁਅਲ ਟੂ ਟੈਕਸਟ, ਵੈਲਿਊ ਇਕੁਅਲਸ ਟੂ ਜੋ ਵੀ ਤੁਸੀਂ ਵੈਲਿਊ ਦੇਣਾ ਚਾਹੁੰਦੇ ਹੋਗੇ। ਨੋਟ ਕਰਿਓ HTML ਲੈਂਗੁਏਜ ਸਾਡੀ ਕੇਸ ਸੈਂਸਿਟਿਵ ਨਹੀਂ ਹੈਗੀ, ਮਤਲਬ ਤੁਸੀਂ ਸਮੋਲ ਲੈਟਰਸ ਦੇ ਵਿੱਚ ਲਿਖੋ ਜਾਂ ਅੱਪਰ ਲੈਟਰਸ ਦੇ ਵਿੱਚ ਲਿਖੋ HTML ਦੀਆਂ ਟੈਗਸ, ਇਟ ਡਜ਼ਨਟ ਮੈਟਰ। ਦੈਨ ਨੈਕਸਟ ਸਾਡਾ ਇਸ ਤੋਂ ਅੱਗੇ ਹੈ
ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਕਿ ਪਰਮ ਟੈਗ ਉੱਦਾਂ ਹੀ ਹੈਗੀ ਹੈ ਜਿਵੇਂ ਮੇਨ ਮੈਥਡ ਦੇ ਵਿੱਚ ਨਾ ਅਸੀਂ ਜੇਕਰ ਤੁਸੀਂ ਮੇਨ ਮੈਥਡ ਨੂੰ ਵੈਲਿਊਜ਼ ਪਾਸ ਕਰਨਾ ਚਾਹੁੰਦੇ ਹੋ ਕਮਾਂਡ ਲਾਈਨ ਆਰਗੂਮੈਂਟ ਦੇ ਥਰੂ, ਉਸੇ ਤਰੀਕੇ ਨਾਲ ਤੁਸੀਂ ਪਰਮ ਟੈਗ ਦੇ ਨਾਲ ਵੀ ਕੰਮ ਕਰ ਸਕਦੇ ਹੋ। ਪਰਮ ਟੈਗ ਦੀ ਹੈਲਪ ਨਾਲ, ਪੈਰਾਮੀਟਰ ਟੈਗ ਦੀ ਹੈਲਪ ਨਾਲ ਅਸੀਂ ਐਪਲੇਟਸ ਨੂੰ ਵੈਲਿਊ ਪ੍ਰੋਵਾਈਡ ਕਰਦੇ ਹਾਂ। ਤਾਂ ਹੁਣ ਉਹਦੀ ਗੱਲ ਕਿ ਉਹ ਵੈਲਿਊਜ਼ ਜਾਂਦੀਆਂ ਕਿੱਥੇ ਨੇ, ਤਾਂ ਜਿਹੜੀਆਂ ਤੁਸੀਂ ਪੈਰਾਮੀਟਰਸ ਤੁਹਾਡੇ ਐਪਲੇਟ ਨੂੰ ਪਾਸ ਕਰ ਰਹੇ ਹੋ, ਜਦੋਂ ਤੁਹਾਡਾ ਐਪਲੇਟ ਲੋਡ ਹੁੰਦਾ, ਜਿਹੜਾ ਉਹਦਾ ਇਨਿਟ ਫੰਕਸ਼ਨ ਹੈ ਉਹ ਉਹਨਾਂ ਪੈਰਾਮੀਟਰਸ ਨੂੰ ਕਰਦਾ ਹੋਲਡ, ਅਤੇ ਤੁਸੀਂ ਗੈਟ ਪੈਰਾਮੀਟਰ ਜਿਹੜਾ ਕਿ ਆਲਰੇਡੀ ਇੱਕ ਫੰਕਸ਼ਨ ਹੈ ਉਸ ਦੀ ਹੈਲਪ ਨਾਲ ਉਹਨਾਂ ਵੈਲਿਊਜ਼ ਨੂੰ ਲੈ ਸਕਦੇ ਹੋ। ਇਸ ਨੂੰ ਅਸੀਂ ਐਗਜ਼ਾਮਪਲ ਦੇ ਥਰੂ ਵੀ ਕਵਰ ਕਰਾਂਗੇ। ਤਾਂ ਇੱਥੇ ਦੇਖੋ ਧਿਆਨ ਨਾਲ, ਤੁਹਾਡੀ ਇਹ ਜਿਹੜਾ ਸ਼ੋ ਕੀਤਾ ਤੁਹਾਨੂੰ ਜਾਵਾ ਦੇ ਵਿੱਚ ਕੀਤੀ ਹੋਈ ਕੋਡਿੰਗ ਹੈ, ਜਿਹਨੂੰ ਕਿ ਅਸੀਂ ਪਹਿਲਾਂ ਡੋਟ ਜਾਵਾ ਐਕਸਟੈਂਸ਼ਨ 'ਤੇ ਸੇਵ ਕਰਾਂਗੇ, ਬਾਅਦ 'ਚ ਉਹਨੂੰ ਕੰਪਾਈਲ ਕਰਕੇ ਸਾਡੇ ਕੋਲ ਡੋਟ ਕਲਾਸ ਫਾਈਲ ਬਣ ਜੂਗੀ। ਠੀਕ ਹੈ, ਹੈਲੋ ਜਾਵਾ ਪਰਮ ਨਾਮ 'ਤੇ। ਨੀਚੇ ਦੇਖੋ ਬਾਅਦ ਦੇ ਵਿੱਚ ਅਸੀਂ ਇੱਕ HTML ਫਾਈਲ ਬਣਾਵਾਂਗੇ ਜਿਸ ਦੇ ਵਿੱਚ ਐਪਲੇਟ ਟੈਗ ਲਗਾ ਕੇ ਉਸਦਾ ਨਾਮ ਦੇਵਾਂਗੇ ਹੈਲੋ ਜਾਵਾ ਪਰਮ ਡੋਟ ਕਲਾਸ ਦਾ। ਕਲੀਅਰ। ਤਾਂ ਇੱਥੇ ਐਪਲੇਟ ਟੈਗ ਦੇ ਵਿੱਚ ਤੁਸੀਂ ਕੋਈ ਵੈਲਿਊ ਪਾਸ ਕਰੋਗੇ, ਜਿਵੇਂ ਅਸੀਂ ਪੈਰਾਮੀਟਰ ਦਾ ਨੇਮ ਸਟਰਿੰਗ ਰੱਖਿਆ ਅਤੇ ਉਹਦੀ ਵੈਲਿਊ ਦਿੱਤੀ ਐਪਲੇਟ। ਅੱਛਾ, ਇੱਥੇ ਸਟਰਿੰਗ ਡਾਟਾ ਟਾਈਪ ਨਹੀਂ ਹੈਗੀ ਕਿਉਂਕਿ ਇਹਦਾ S ਸਮੋਲ ਜਾ ਰਿਹਾ ਰਾਜੇ, ਧਿਆਨ 'ਚ ਰੱਖਿਓ। ਅਤੇ ਇੱਥੇ ਅਸੀਂ ਉਹਨੂੰ ਦਿੰਦੇ ਹੈਗੇ ਵੈਲਿਊ, ਯਾਨੀ ਕਿ ਸਟਰਿੰਗ ਦੀ ਵੈਲਿਊ ਕੀ ਹੈਗੀ ਹੈ ਐਪਲੇਟ। ਇਹ ਜਸਟ ਨਾਮ ਹੈ, ਤੁਸੀਂ ਚਾਹੋ S ਰੱਖ ਲਓ, ਸਟਰਿੰਗ ਵੀ ਰੱਖ ਲਓ, ਬਟ S ਸਮੋਲ ਰਵੇ, ਕੈਪੀਟਲਸ ਦੇ ਵਿੱਚ ਨਹੀਂ, ਕਿਉਂਕਿ ਅੱਗੇ ਜਾ ਕੇ ਨਹੀਂ ਕਨਫਿਊਜ਼ਨ ਹੋਊਗੀ ਜਾਵਾ ਪ੍ਰੋਗਰਾਮ ਦੇ ਵਿੱਚ। ਤਾਂ ਅਸੀਂ ਇੱਥੇ ਉਹਦਾ ਕੋਈ ਵੀ ਨਾਮ ਰੱਖ ਕੇ ਉਸਦੀ ਕੋਈ ਵੀ ਇੱਕ ਜਿਹੜੀ ਵੈਲਿਊ ਤੁਸੀਂ ਦੇ ਸਕਦੇ ਹੋ, ਅਤੇ ਇਹ ਵੈਲਿਊ ਨੂੰ ਅਸੀਂ ਉੱਧਰ ਯੂਜ਼ ਕਰਕੇ ਦਿਖਾਉਣਾ। ਕਲੀਅਰ। ਹਾਲਾਂਕਿ ਉਹ ਪ੍ਰੋਗਰਾਮ ਪਹਿਲਾਂ ਬਣੂਗਾ, ਬਟ ਤੁਹਾਨੂੰ ਪਹਿਲਾਂ ਮੈਂ ਇੱਥੇ ਦਿਖਾਤਾ ਕਿ ਐਪਲੇਟ ਟੈਗ ਕਿੱਦਾਂ ਯੂਜ਼ ਹੋਊਗੀ। ਤਾਂ ਅਸੀਂ ਤੁਹਾਡੇ ਜਾਵਾ ਦਾ ਜਿਹੜਾ ਐਪਲੇਟ ਹੈ ਉਹ ਬਣਾਇਆ, ਉਹ ਮਤਲਬ ਬਣਾਉਣ ਲਈ ਪਹਿਲਾਂ ਅਸੀਂ ਪੈਕੇਜਸ ਨੂੰ AWT ਅਤੇ ਐਪਲੇਟ ਪੈਕੇਜ ਨੂੰ ਕੀਤਾ ਇੰਪੋਰਟ। ਤੁਹਾਡੀ ਕਲਾਸ ਬਣੀ ਪਬਲਿਕ ਕਰਕੇ ਹੈਲੋ ਜਾਵਾ ਪਰਮ, ਜਿਹਨੇ ਕਿ ਐਕਸਟੈਂਡ ਕੀਤਾ ਜਾਵਾ ਐਪਲੇਟ ਨੂੰ, ਓਬੀਅਸ ਐਕਸਟੈਂਡ ਕਰੂ, ਇਨਹੈਰਿਟ ਕਰੂਗੀ ਐਪਲੇਟ ਕਲਾਸ ਨੂੰ, ਜੋ ਕਿ ਜਾਵਾ ਦੀ ਆਲਰੇਡੀ ਬਣੀ ਹੋਈ ਕਲਾਸ ਹੈ। ਇਸ ਲਈ ਸਟਰਿੰਗ ਡਾਟਾ ਟਾਈਪ ਦਾ, ਕਿਉਂਕਿ ਇੱਥੇ S ਕੈਪੀਟਲ ਹੈ, ਸਟਰਿੰਗ ਡਾਟਾ ਟਾਈਪ ਦਾ ਇੱਕ ਵੇਰੀਏਬਲ ਹੈ STR ਨਾਮ 'ਤੇ, ਅਤੇ ਇਨਿਟ ਫੰਕਸ਼ਨ ਬਣਾਇਆ ਇੱਥੇ ਐਪਲੇਟ ਦੇ ਲਈ, ਪਬਲਿਕ ਵਾਈਡ ਇਨਿਟ। ਅਤੇ ਇਨਿਟ ਦੇ ਵਿੱਚ ਅਸੀਂ ਕਿਹਾ ਜਿਹੜਾ ਸਾਡਾ STR ਹੈ ਇਹਦੇ ਵਿੱਚ ਹੀ ਵੈਲਿਊ ਹੈ ਜੀ ਕਿਹੜੀ, ਗੈਟ ਪੈਰਾਮੀਟਰ ਸਟਰਿੰਗ। ਹੁਣ ਇਹ ਉਹ ਨਾਮ ਹੈ ਜਿਹੜਾ ਨੀਚੇ ਸੀ, ਕਿ ਇਸ ਨਾਮ ਵਾਲੀ ਵੈਲਿਊ ਗੈਟ ਕਰੇ, ਗੈਟ ਕਰਕੇ STR ਦੇ ਵਿੱਚ ਸਟੋਰ ਕਰਦੇ। ਕਲੀਅਰ। ਸਟੋਰ ਕਰਕੇ ਅਸੀਂ ਡਾਇਰੈਕਟ ਵੀ ਉਸਨੂੰ ਪ੍ਰਿੰਟ ਕਰਕੇ ਦਿਖਾ ਸਕਦੇ ਹਾਂ, ਬਟ ਇੱਥੇ ਜਸਟ ਚੈੱਕ ਕਰ ਰਹੇ ਵੀ ਕੀ ਉਹ ਵੈਲਿਊ ਨਲ ਹੈ। ਜੇ ਨਲ ਹੈਗੀ ਹੈ ਮਤਲਬ ਬੰਦੇ ਨੂੰ ਹੋ ਸਕਦਾ ਕੋਈ ਵੀ ਵੈਲਿਊ ਨਾ ਭੇਜੀ ਹੋਵੇ, ਜੇ ਨਹੀਂ ਭੇਜੀ ਤਾਂ ਜਾਵਾ ਲਿਖ ਕੇ ਹੈਲੋ ਜਾਵਾ ਲਿਖਿਆ, ਜੇ ਨਹੀਂ ਅਸੀਂ ਉਹੀ ਵੈਲਿਊ ਪ੍ਰਿੰਟ ਕਰਕੇ ਦਿਖਾ ਰਹੇ ਹਾਂ। ਤਾਂ ਇਹਦੇ ਲਈ ਅਸੀਂ ਕੀ ਕੀਤਾ, ਚੈੱਕ ਕੀਤਾ ਕਿ ਜਿਹੜੀ ਅਸੀਂ ਆ ਗੈਟ ਵੈਲਿਊ ਪੈਰਾਮੀਟਰ ਦੇ ਥਰੂ STR ਦੇ ਵਿੱਚ ਵੈਲਿਊ ਪਾਈ ਹੈ, ਜੇ ਤਾਂ ਉਹ ਨਲ ਹੈ, ਇਫ STR ਇਕੁਅਲ ਟੂ ਨਲ, ਮਤਲਬ ਜੇ ਉਹ ਖਾਲੀ ਹੈ, ਐਮਟੀ ਹੈ, ਕਿਉਂਕਿ ਨਲ ਉਦੋਂ ਆਉਂਦਾ ਜਦੋਂ ਸਟਰਿੰਗ ਐਮਟੀ ਹੈ। ਕਲੀਅਰ। ਤਾਂ STR ਦੀ ਵੈਲਿਊ ਕੀ ਹੋ ਜੇ ਜਾਵਾ, ਅਸੀਂ ਉਹਨੂੰ ਖੁਦ ਇੱਕ ਵੈਲਿਊ ਦੇਤੀ ਜਾਵਾ 'ਚ, ਡਬਲ ਕੋਟੇਸ਼ਨਸ ਪਾਏ ਹੋਏ ਆ ਰਾਜੇ, ਧਿਆਨ ਦਿਓ ਸਟਰਿੰਗ ਹੈ ਤਾਂ ਸਟਰਿੰਗ ਦੀ ਵੈਲਿਊ ਡਬਲ ਕੋਟੇਸ਼ਨਸ ਦੇ ਵਿੱਚ ਜਾਊਗੀ। ਤਾਂ ਉਹੀ ਅਸੀਂ STR ਨੂੰ ਵੈਲਿਊ ਕਿਹੜੀ ਦਿੱਤੀ, ਹੈਲੋ ਪਲੱਸ STR। ਚਾਹੋ ਤਾਂ ਇਸ ਚੀਜ਼ ਨੂੰ ਸਕਿਪ ਕਰ ਸਕਦੇ ਹੋ। ਕਲੀਅਰ। ਜਸਟ ਅਸੀਂ ਇੱਕ ਵੈਲਿਊ ਲਈ ਗੈਟ ਪੈਰਾਮੀਟਰ ਦੇ ਥਰੂ STR 'ਚ ਉਹਨੂੰ ਸਟੋਰ ਕੀਤਾ, ਅਤੇ ਉਸੇ ਵੈਲਿਊ ਨੂੰ ਅਸੀਂ ਪ੍ਰਿੰਟ ਕਰਕੇ ਦਿਖਾਉਣਾ ਚਾਹੁੰਦੇ ਹਾਂ ਤਾਂ ਅਸੀਂ ਪੇਂਟ ਫੰਕਸ਼ਨ ਲਗਾਵਾਂਗੇ। ਸਾਡੇ ਉਸੇ ਫੰਕਸ਼ਨ ਨੇ ਵੀ ਅਸੀਂ ਪਬਲਿਕ ਰੱਖ ਕੇ ਜਿਸ ਦੇ ਵਿੱਚ ਗ੍ਰਾਫਿਕਸ ਕਲਾਸ ਦਾ ਇੱਕ ਆਬਜੈਕਟ ਬਣਾਇਆ, ਤਾਂ ਇੱਥੇ ਉਸ ਆਬਜੈਕਟ ਦੇ ਨਾਲ, ਕਿਉਂਕਿ ਜਿਹੜਾ ਡਰੋ ਸਟਰਿੰਗ ਫੰਕਸ਼ਨ ਹੈ ਨਾ ਰਾਜੇ, ਇਹ ਖੁਦ ਗ੍ਰਾਫਿਕਸ ਕਲਾਸ ਦਾ, ਤਾਂ ਇਸ ਫੰਕਸ਼ਨ ਨੂੰ ਯੂਜ਼ ਕਰਨ ਲਈ ਸਾਨੂੰ ਇਹਦਾ ਆਬਜੈਕਟ ਬਣਾਉਣਾ ਪਊ, ਤਾਂ ਉਹੀ ਆਬਜੈਕਟ ਅਸੀਂ ਇੱਥੇ ਬਣਾਉਣੇ ਹੁੰਦੇ ਹਾਂ। ਤਾਂ ਅਸੀਂ G.draw string ਲਿਖ ਕੇ ਮਤਲਬ ਉਸ ਫੰਕਸ਼ਨ ਨੂੰ ਡਰੋ ਸਟਰਿੰਗ ਫੰਕਸ਼ਨ ਕਾਲ ਕੀਤਾ, ਜਿਸ ਦੇ ਵਿੱਚ ਅਸੀਂ ਕਿਹਾ 10 ਤੇ 100, ਜਾਣੀ ਕਿ ਇੱਕ ਸਾਈਡ ਤੋਂ 10 ਜਗ੍ਹਾ, ਜਿਵੇਂ ਸਕਰੀਨ ਹੈ ਨਾ, ਇਹਦੇ ਵਿੱਚ ਅਸੀਂ ਇੱਥੇ ਜੀ ਲਿਖਿਆ ਹੋਣਾ ਚਾਹੁੰਦੇ ਹਾਂ, ਇੱਥੇ ਜੀ ਲਿਖਿਆ ਹੋਣਾ ਚਾਹੁੰਦੇ, ਤਾਂ ਅਸੀਂ ਦਿੰਦੇ ਵੀ ਹੌਰੀਜ਼ੋਨਟਲ ਤੋਂ ਕਿੰਨੀ ਜਗ੍ਹਾ ਛੱਡੇ, ਵਰਟੀਕਲ ਤੋਂ ਕਿੰਨੀ ਜਗ੍ਹਾ ਛੱਡ ਕੇ ਕਿੱਥੋਂ ਲਿਖਣਾ ਸ਼ੁਰੂ ਕਰੇ। ਤਾਂ ਅਸੀਂ ਵੈਲਿਊ ਦਿੱਤੀ 1000, ਉੱਥੇ ਪ੍ਰਿੰਟ ਕਰਵਾ ਦੇ, ਕੀ ਪ੍ਰਿੰਟ ਕਰਵਾ ਦੇ STR, ਯਾਨੀ ਕਿ ਜਿਹੜੀ ਵੀ ਉੱਧਰੋਂ ਵੈਲਿਊ ਸਟਰਿੰਗ ਦੇ ਵਿੱਚ ਆਈ ਹੋਈ ਸਟਰਿੰਗ ਨੇ STR ਨੂੰ ਦਿੱਤੀ, ਉਹੀ ਵੈਲਿਊ ਅਸੀਂ ਪ੍ਰਿੰਟ ਕਰਵਾਉਣੀ ਹੈ। ਅਸੀਂ ਸਾਰਾ ਪ੍ਰੋਗਰਾਮ ਬਣਾਇਆ, ਇਸ ਨੂੰ ਸੇਵ ਕੀਤਾ, ਹੈਲੋ ਜਾਵਾ ਪਰਮ ਡੋਟ ਕਲਾਸ ਦੀ ਇੱਕ ਫਾਈਲ ਬਣਾਈ। ਠੀਕ ਹੈ, ਉਸੇ ਫਾਈਲ ਨੂੰ ਅਸੀਂ ਨੀਚੇ HTML ਦੇ ਵਿੱਚ ਸ਼ੋ ਕਰਕੇ ਦਿਖਾ ਰਹੇ ਹਾਂ। ਤਾਂ ਅਸੀਂ ਲਿਖਿਆ HTML, ਇੱਥੇ ਕਮੈਂਟ ਲਗਾਇਆ ਹੋਇਆ, ਚਾਹੋ ਕਮੈਂਟ ਲਗਾਓ, ਅਦਰਵਾਈਜ਼ ਆਪਸ਼ਨਲ ਹੈ। ਹੈੱਡ ਦੇ ਵਿੱਚ ਟਾਈਟਲ ਦਿੱਤਾ ਹੋਇਆ, ਚਾਹੋ ਤਾਂ ਲਗਾਓ, ਅਦਰਵਾਈਜ਼ ਆਪਸ਼ਨਲ ਹੈ। ਟਾਈਟਲ ਦਾ ਕੰਮ ਕੀ ਹੁੰਦਾ ਕਿ ਜਿੱਥੇ ਤੁਹਾਡਾ ਵੈਬ ਬਰਾਊਜ਼ਰ ਦਾ ਬਿਲਕੁਲ ਉੱਪਰ ਟਾਈਟਲ ਬਾਰ ਹੈ ਨਾ, ਇੱਥੇ ਉਹ ਚੀਜ਼ ਲਿਖੀ ਆ ਜਾਂਦੀ ਹੁੰਦੀ ਹੈ।
ਜਿਹੜਾ ਨੀਚੇ ਵਾਲਾ ਕੰਮ ਹੈ ਇਹ ਸਾਰਾ ਅਸੀਂ ਇਸ ਸਕਰੀਨ ਦਾ ਕੰਮ ਬੋਡੀ ਟੈਗ ਦੇ ਥਰੂ ਕਰਵਾਉਣੇ ਆ। ਤਾਂ ਅਸੀਂ ਹੈੱਡ ਤੋਂ ਬਾਅਦ ਬੋਡੀ ਟੈਗ ਲਗਾਈ, ਜਿਸ ਦੇ ਵਿੱਚ ਅਸੀਂ ਹੋਰ ਕੁਛ ਚਾਹੋ ਤੁਸੀਂ, ਜਿਵੇਂ ਕੋਈ ਹੈਡਿੰਗ ਟੈਗ, ਇਟੈਲਿਕ ਬੋਲਡ ਚਾਹੋ ਤਾਂ ਲਗਾ ਸਕਦੇ ਹੋ, ਬਟ ਅਸੀਂ ਜਸਟ ਇੱਥੇ ਮੇਨ ਐਪਲੇਟ ਟੈਗ ਲਗਾ ਕੇ ਦਿਖਾਇਆ। ਐਪਲੇਟ ਟੈਗ ਦੇ ਵਿੱਚ ਕੋਡ, ਜਿਹਦੇ ਵਿੱਚ ਅਸੀਂ ਨਾਮ ਦਿੱਤਾ ਸਾਡੀ ਫਾਈਲ ਦਾ hello java param dot class, ਉਸਦੀ ਹਾਈਟ ਵਿਡਥ ਦਿੱਤੀ ਕਿ ਕਿੰਨੀ ਹਾਈਟ ਤੇ ਕਿੰਨੀ ਵਿਡਥ ਦੀ ਸਾਡੀ ਪੂਰੀ ਸਕਰੀਨ ਬਣੇ ਐਪਲੇਟ ਵਾਲੀ। ਹੁਣ ਦਿੱਤੀ ਹੈ ਸਾਡੀ ਪੈਰਾਮੀਟਰ ਟੈਗ। ਪੈਰਾਮੀਟਰ ਦੇ ਵਿੱਚ ਨੇਮ ਤਾਂ ਅਸੀਂ ਦਿੱਤਾ, ਸਟ੍ਰਿੰਗ ਤੇ ਉਹਦੀ ਵੈਲਿਊ ਦਿੱਤੀ, ਐਪਲੇਟ ਤੇ ਐਪਲੇਟ ਟੈਗ ਨੂੰ ਕਲੋਜ਼ ਕਰਤਾ। ਹੁਣ ਆ ਜਿਹੜੀ ਵੈਲਿਊ ਸੀ ਐਪਲੇਟ ਦੋ, ਆਪਣਾ ਨਾਮ ਦੋ, ਠੀਕ ਹੈ। ਇਹੀ ਚੀਜ਼ ਵੈਲਿਊ ਜਾਊਗੀ ਉੱਪਰ ਵਾਲੇ ਪ੍ਰੋਗਰਾਮ ਕੋਲ, STR ਕੋਲ, ਤੇ ਉਸ ਨੂੰ ਅਸੀਂ ਡਰਾ ਸਟ੍ਰਿੰਗ ਦੇ ਥਰੂ ਇੱਥੇ ਪ੍ਰਿੰਟ ਕਰਕੇ ਦਿਖਾਤਾ। ਕਲੀਅਰ। ਇੱਥੇ ਚਾਹੋ ਤੁਸੀਂ ਕੋਈ ਹੋਰ ਵੈਲਿਊ ਵੀ ਪ੍ਰੋਵਾਈਡ ਕਰਵਾ ਸਕਦੇ ਹੋ। ਤਾਂ ਹੁਣ ਜੋ ਤੁਸੀਂ ਐਪਲੇਟ ਵਿਊਅਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖੋਗੇ, ਤੁਹਾਡੇ ਕਿੱਦਾਂ ਐਪਲੇਟ ਵਿਊਅਰ ਲਿਖ ਕੇ ਤੁਹਾਡੇ HTML ਵਾਲੇ ਪ੍ਰੋਗਰਾਮ ਦਾ ਨਾਮ ਐਂਟਰ ਕਰੋਗੇ ਤਾਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਇਹ ਜਿਹੜਾ ਆਨਸਰ ਹੈ ਉਹ ਲਿਖਿਆ ਆਊਗਾ ਐਪਲੇਟ ਵਿਊਅਰ ਦੇ ਵਿੱਚ। ਤਾਂ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਆਨਸਰ ਹੈ ਉਹ ਆ ਜਾਏਗਾ, ਕਿਉਂਕਿ ਉੱਪਰੋਂ ਤੇ ਨੀਚੇ ਤਾਂ ਇੰਨੀ ਜਗ੍ਹਾ ਕਿਉਂ ਛੱਡੀ, ਕਿਉਂਕਿ ਕਿਸੇ ਨੂੰ ਛੱਡਣ ਨੂੰ ਕਿਹਾ ਹੋਇਆ ਸੀ ਇੰਨੀ ਜਗ੍ਹਾ ਛੱਡ ਕੇ ਪ੍ਰਿੰਟ ਕਰੇ। ਤੇ ਜੇਕਰ ਇਨ ਕੇਸ ਮੈਂ ਤੁਹਾਨੂੰ ਕਿਹਾ ਸੀ ਕਿ ਉੱਧਰੋਂ ਕੋਈ ਵੈਲਿਊ ਪਾਸ ਨਹੀਂ ਹੁੰਦੀ, ਠੀਕ ਹੈ, ਫਿਰ ਅਸੀਂ ਸਪੋਜ਼ ਕਰੋ ਰਨ ਕਰਦੇ ਹਾਂ ਤਾਂ ਉਦੋਂ ਕੀ ਲਿਖਿਆ ਹੋਊਗਾ hello java, ਕਿਉਂਕਿ ਐਪਲੇਟ ਦੀ ਵੈਲਿਊ ਜਿਹੜੀ ਆਪਸ ਕਿਹਾ ਸੀ ਨਹੀਂ ਪਾਸ ਹੋ ਰਹੀ ਤਾਂ ਉਹਨੂੰ STR ਨੂੰ ਕੀ ਮੰਨ ਲੂਗਾ, ਜਾਵਾ। ਇਸ ਤਰੀਕੇ ਨਾਲ ਅਸੀਂ ਪ੍ਰਿੰਟ ਕਰਕੇ ਦਿਖਾ ਰਹੇ ਹਾਂ। ਨੈਕਸਟ ਸਾਡਾ ਟੌਪਿਕ ਹੈ ਅਲਾਈਨ। ਅਲਾਈਨਿੰਗ ਅਸੀਂ ਆਲਰੇਡੀ ਕੀਤੀ ਹੈ ਕਿ ਤੁਸੀਂ ਲੈਫਟ, ਟੌਪ, ਰਾਈਟ ਇੱਦਾਂ ਕੋਈ ਵੀ ਅਲਾਈਨਮੈਂਟ ਦੇ ਸਕਦੇ ਹੋ। ਅਲਾਈਨਮੈਂਟ ਮਤਲਬ ਸਕਰੀਨ ਦੇ ਵਿੱਚ, ਪੂਰੀ ਸਕਰੀਨ ਦੇ ਵਿੱਚ ਤੁਹਾਡੇ ਐਪਲੇਟ ਵਾਲੀ ਜਿਹੜੀ ਸਕਰੀਨ ਹੈ ਉਹ ਕਿੱਥੇ ਆਵੇ, ਠੀਕ ਹੈ, ਕਿ ਉਹ ਟੌਪ 'ਤੇ ਆਵੇ ਜਾਂ ਉਹ ਬੋਟਮ 'ਤੇ ਆਵੇ, ਉਹਦੇ ਵਿੱਚੋਂ ਵੀ ਰਾਈਟ 'ਤੇ ਆਵੇ ਜਾਂ ਲੈਫਟ 'ਤੇ ਆਵੇ। ਇੱਦਾਂ ਕਰਕੇ ਕਾਫੀ ਸਾਰੀਆਂ ਅਲਾਈਨਮੈਂਟ ਦੀਆਂ ਆਪਸ਼ਨਸ ਨੇ, ਤੁਸੀਂ ਕੋਈ ਵੀ ਆਪਸ਼ਨ ਚੂਜ਼ ਕਰ ਸਕਦੇ ਹੋ। ਇਹ ਸਾਰੇ ਤੁਹਾਡੇ ਅਲਾਈਨਮੈਂਟ ਦੀਆਂ ਆਪਸ਼ਨ ਗਿਵਨ ਨੇ, ਜਿਵੇਂ ਲੈਫਟ, ਰਾਈਟ, ਟੌਪ, ਟੈਕਸਟ ਟੌਪ, ਮਿਡਲ, ਇੱਦਾਂ ਕਰਕੇ ਸਾਰੀਆਂ ਆਪਸ਼ਨਸ ਨੇ। ਅਤੇ ਇੱਥੇ ਤੁਹਾਨੂੰ ਅਲਾਈਨਮੈਂਟ ਜਿਹੜੀ ਹੈਗੀ ਹੈ ਟੈਗ ਉਹ ਲਗਾ ਕੇ ਦਿਖਾਈ ਹੋਈ ਹੈ, ਜਿਸ ਦੇ ਵਿੱਚ ਅਸੀਂ ਰਾਈਟ ਅਲਾਈਨ ਕੀਤਾ ਤਾਂ ਤੁਹਾਡੀ ਐਪਲੇਟ ਵਾਲੀ ਜਿਹੜੀ ਸਕਰੀਨ ਹੈ ਉਹ ਰਾਈਟ ਸਾਈਡ ਹੀ ਆਏਗੀ। ਅਲਾਈਨਮੈਂਟ ਤੋਂ ਬਾਅਦ ਨੈਕਸਟ HTML ਟੈਗਸ ਬਾਰੇ ਹੀ ਡਿਸਕਸ਼ਨ ਕੀਤੀ ਹੋਈ। ਤਾਂ ਇਹ ਟੈਗਸ ਤੋਂ ਤੁਸੀਂ ਵੈਸੇ ਕਾਫੀ ਹੱਦ ਤੱਕ ਜਾਣੂ ਹੋ, ਤਾਂ ਇਹਨਾਂ ਟੈਗਸ ਨੂੰ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਹੀਂ ਕਰਵਾ ਰਹੀ। ਤਾਂ ਨੈਕਸਟ ਅਸੀਂ ਟੌਪਿਕ ਕਰਾਂਗੇ ਡਿਸਪਲੇਇੰਗ ਨੰਬਰ ਵੈਲਿਊਜ਼ ਤੇ ਗੈਟਿੰਗ ਇਨਪੁਟ ਫਰੋਮ ਦਾ ਯੂਜ਼ਰ।